ਸੋ ਅੱਜ ਆਪਾਂ ਟਾਸਕ 2 ਦੀ ਡਿਸਕਸ਼ਨ ਕਰਨੀ ਜੀ ਇੱਕ ਦੀ ਵਧੀਆ ਜਿਹਾ ਟਾਸਕ ਅੱਜ ਆਪਾਂ ਡਿਸਕਸ ਕਰਨਾ ਵਾ ਜਿਹਦੇ ਨਾਲ ਤੁਹਾਡੀ ਕ੍ਰੀਏਟੀਵਿਟੀ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਵਧੂਗੀ ਜੀ। ਮੈਂ ਐਕਚੁਅਲ ਸਕਰੀਨ ਘੁਮਾਈ ਹੈ ਥੋੜੀ ਜੀ, ਤੁਸੀਂ ਦੇਖ ਲਓ, ਮੇ ਵੀ ਤੁਹਾਡੇ ਮੋਬਾਈਲ ਤੇ ਵੀ ਸ਼ਾਇਦ ਰੋਟੇਟ ਨਾ ਹੋ ਗਈ। ਚਲੋ ਜੀ ਸਟਾਰਟ ਕਰਦੇ ਹਾਂ ਜੀ। ਆਪਾਂ ਸਟੇਟਮੈਂਟ ਤੁਹਾਡੇ ਸਾਹਮਣੇ ਹੈ ਜੀ। ਸਟੇਟਮੈਂਟ ਅੱਜ ਇੱਕ ਐਸੇ ਡਿਸਕਸ ਕਰਨਾ ਜੀ ਆਪਾਂ। ਸਾਈਮਨ ਦਾ ਐਸੇ ਹੈ ਜੀ, ਬਹੁਤ ਵਧੀਆ ਲੈਵਲ ਦੇ ਐਸੇ ਹੈ ਜਿਹਦੇ ਨਾਲ ਆਪਾਂ ਨੂੰ ਕ੍ਰੀਏਟੀਵਿਟੀ, ਕੋਲੋਕੇਸ਼ਨਾਂ, ਸੈਂਟੈਂਸ ਫਾਰਮੇਸ਼ਨ ਸਾਰਾ ਕੁਝ ਜੀ ਕਾਫੀ ਜ਼ਿਆਦਾ ਵਧੀਆ ਹੁੰਦਾ ਜੀ। ਤੇ ਕੋਸ਼ਿਸ਼ ਕਰਨੀ ਜੀ ਕਿ ਜਾਨੀ ਕਿ ਡਾਈਜੈਸਟ ਹੋ ਸਕੇ ਇਹ। ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ। ਤਾਂ ਆਪਣੇ ਕੋਲੇ ਜੋ ਸਟੇਟਮੈਂਟ ਹੈ ਜੀ ਉਹ ਹੈਗੀ ਹੈ ਜੀ, ਸਮ ਪੀਪਲ ਬਲੀਵ ਦੈਟ, ਕੁਝ ਲੋਕ ਇਹ ਬਲੀਵ ਕਰਦੇ ਆ ਜੀ। ਕਹਿੰਦੇ ਕੁਝ ਲੋਕਾਂ ਦਾ ਮੰਨਣਾ ਜੀ ਕਿ ਅੱਜ ਕੱਲ ਵੀ ਹੈਵ ਟੂ ਮੈਨੀ ਚੁਆਇਸਸ, ਆਪਣੇ ਕੋਲੇ ਬੜੀਆਂ ਚੁਆਇਸਸ ਆ ਜੀ। ਕਹਿੰਦੇ ਕੁਝ ਲੋਕ ਇਹ ਮੰਨਦੇ ਜੀ ਆਪਣੇ ਕੋਲੇ ਬੜੀਆਂ ਚੁਆਇਸਸ ਆ। ਤੁਸੀਂ ਕਿਸ ਹੱਦ ਤੱਕ ਐਗਰੀ ਹੋ ਜਾਂ ਡਿਸਐਗਰੀ ਹੋ ਸਟੇਟਮੈਂਟ ਦੇ ਨਾਲ, ਤੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਇੱਕ ਲਾਈਨ ਹੈ ਜੀ। ਕੁਝ ਲੋਕ ਕਹਿੰਦੇ ਜੀ ਆਪਣੇ ਕੋਲੇ ਅੱਜ ਦੇ ਸਮੇਂ 'ਚ ਬਹੁਤ ਸਾਰੀਆਂ ਚੁਆਇਸਸ ਆ, ਤੇ ਸਟੇਟਮੈਂਟ ਹੈਗੀ ਹੈ ਜੀ ਤੁਸੀਂ ਕਿਸ ਹੱਦ ਤੱਕ ਐਗਰੀ ਹੋ ਜਾਂ ਡਿਸਐਗਰੀ ਹੋ ਕਿਹੜੀ ਗੱਲ ਨਾਲ, ਕਿ ਆਪਣੇ ਕੋਲੇ ਕਾਫੀ ਜ਼ਿਆਦਾ ਚੁਆਇਸਸ ਹੈਗੀਆਂ ਵਾ। ਤੇ ਚਲੋ ਜੀ ਕਰਦੇ ਹਾਂ ਜੀ ਡਿਸਕਸ ਆਪਾਂ। ਆ ਤੁਹਾਡੇ ਸਾਹਮਣੇ ਇੰਟਰੋ ਆ ਜੀ, ਪਹਿਲਾਂ ਕੱਲੀ ਕੱਟ ਕੀਤੀ ਹੈ ਮੈਂ ਤਾਂ ਕਿ ਤੁਹਾਡਾ ਧਿਆਨ ਬਾਕੀ ਬੋਡੀ ਪੈਰਾਗ੍ਰਾਫ ਤੇ ਨਾ ਜਾਵੇ। ਕਈ ਸਟੂਡੈਂਟ ਕਈ ਵਾਰੀ ਖੁਦ ਇਕੱਲੇ ਪੜ੍ਹਦੇ ਪੜ੍ਹਦੇ ਗਾਂ ਭੱਜ ਜਾਂਦੇ ਆ। ਸੋ ਕੀ ਕਿਹਾ ਜੀ, ਇੰਟਰੋ ਦੇਖੀਏ ਤਾਂ ਜੀ ਸਿੰਪਲ ਇੰਟਰੋ ਆ, ਨਾਲ ਨਾਲ ਫਾਰਮੇਸ਼ਨ ਵੀ ਦੇਖਣੀ ਹੈ। ਸਿੰਪਲ ਦਾ ਮਤਲਬ ਏਦਾਂ ਨਹੀਂ ਹੁੰਦਾ ਕਿ ਸਿੰਪਲ ਆ, ਬਲਕਿ ਸਿੰਪਲ ਦਾ ਮਤਲਬ ਹੀ ਕਈ ਵਾਰੀ ਕੰਪਲੈਕਸਿਟੀ ਹੁੰਦਾ ਵਾ। ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਅਕਸਰ ਇਹ ਕਿਹਾ ਜਾਂਦਾ ਵਾ, ਇਟ ਇਜ਼ ਆਫਨ ਸੈਡ ਦੈਟ, ਉਹਨਾਂ ਨੇ ਕਿਹਾ ਸੀ ਆਪਣੇ ਕੋਲੇ ਬਹੁਤ ਜ਼ਿਆਦਾ ਚੁਆਇਸਸ ਆ। ਇਹਨਾਂ ਨੇ ਕੀ ਕਹਿਤਾ ਜੀ ਸਾਈਮਨ ਨੇ, ਮਾਡਰਨ ਲਾਈਫ, ਮਾਡਰਨ ਜਿਹੜੀ ਲਾਈਫ ਹੈ ਜੀ ਉਹ ਕਹਿੰਦੇ ਕਿ ਪ੍ਰੈਜ਼ੈਂਟਸ ਅਸ, ਸਾਨੂੰ ਦਿੰਦੀ ਆ ਉਹ, ਵਿਦ ਐਨ ਓਵਰਵੈਲਮਿੰਗ ਨੰਬਰ ਆਫ ਚੁਆਇਸਸ। ਤਾਂ ਓਵਰਵੈਲਮਿੰਗ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ, ਅ ਲੋਟ ਆਫ, ਕਾਫੀ ਜ਼ਿਆਦਾ ਉਹ ਆਪਾਂ ਨੂੰ ਜੀ ਕੀ ਦਿੰਦੀ ਆ, ਚੁਆਇਸਸ ਦਿੰਦੀ ਆ। ਵਰਡ ਨਾਲ ਨਾਲ ਨੋਟ ਕਰ ਲਿਓ ਜੀ। ਓਵਰਵੈਲਮਿੰਗ ਦਾ ਮਤਲਬ ਬਹੁਤ ਜ਼ਿਆਦਾ ਨੰਬਰਸ ਦੇ ਵਿੱਚ ਆਪਣੇ ਕੋਲੇ ਚੁਆਇਸ ਹੈ ਜੀ। ਇਹਦੇ ਕਰਕੇ ਜਿਹੜੀ ਆ ਮਾਡਰਨ ਲਾਈਫ ਹੈ ਜੀ। ਅੱਜ ਦੀ ਗੱਲ ਹੋਈ ਜਾਂਦੀ ਤਾਂ ਕਰਕੇ ਨੇ ਮਾਡਰਨ ਲਾਈਫ ਲਿਖਤਾ। ਦੂਸਰੀ ਆ ਇਹਨਾਂ ਨੇ ਪੈਰਾਫਰੇਜ਼ ਕੀਤਾ ਜੀ ਜੋ ਸਟੇਟਮੈਂਟ ਕਹਿਣਾ ਚਾਹੁੰਦੀ ਸੀ। ਬਾਅਦ ਚੋਂ ਕੀ ਕਿਹਾ ਜੀ, ਕਿ ਕਹਿੰਦਾ ਮੈਂ ਕੰਪਲੀਟਲੀ ਐਗਰੀ ਹੈ ਜੀ ਇਹਨਾਂ ਨਾਲ, ਤੇ ਕੰਪਾਊਂਡ ਸੈਂਟੈਂਸ ਬਣਾਇਆ ਜੀ। ਜਦੋਂ ਵੀ ਆਹ ਵਾਲੀ ਕੰਜੰਕਸ਼ਨ ਐਂਡ ਦੋ ਸੈਂਟੈਂਸਸ ਨੂੰ ਜੋੜਦੀ ਹੋਵੇ ਤਾਂ ਉਹ ਇੱਕ ਕੰਪਾਊਂਡ ਸੈਂਟੈਂਸ ਹੁੰਦਾ ਜੀ। ਸੋ ਤੀਸਰੀ ਸਟੇਟਮੈਂਟ ਦੇ ਵਿੱਚ ਇੱਕ ਕੰਪਾਊਂਡ ਸੈਂਟੈਂਸ ਲਾਇਆ ਗਿਆ ਵਾ। ਕਹਿੰਦੇ ਮੈਂ ਐਗਰੀ ਹਾਂ ਕੰਪਲੀਟਲੀ ਐਂਡ, ਮੇਰਾ ਇਹ ਮੰਨਣਾ ਵਾ ਜੀ that the internet and globalization are the two major factor involved। ਕਹਿੰਦਾ ਜੀ ਮੈਂ ਇਸ ਸਟੇਟਮੈਂਟ ਨਾਲ ਐਗਰੀ ਹਾਂ। ਹੁਣ ਜਦੋਂ ਵੀ ਤੁਸੀਂ ਸਟੇਟਮੈਂਟ ਦੇ ਨਾਲ ਐਗਰੀ ਹੁੰਨੇ ਹੋ ਤੇ ਤੁਸੀਂ ਬੀਪੀ ਦੇ ਵਿੱਚ ਪ੍ਰੂਵ ਕਰਦੇ ਹੋ ਕਿ ਮੈਂ ਕਿਉਂ ਐਗਰੀ ਹਾਂ ਨਾਲ, ਵਾਈ, ਵੀ ਮੈਂ ਕਿਉਂ ਸੋਚਦਾ ਇਹ। ਤੇ ਇਹਨੇ ਆ ਦੋ ਕੀਵਰਡ ਮੈਂਸ਼ਨ ਕਰਤੇ ਜੀ ਇੱਥੇ, ਕਿ ਆਹ ਦੋ ਚੀਜ਼ਾਂ ਦੇ ਕਰਕੇ ਕਹਿੰਦਾ ਮੈਂ ਜੀ ਐਗਰੀ ਹੋਇਆ ਇਹਦੇ ਨਾਲ। ਜੇ ਕੋਈ ਬੰਦਾ ਸਟੇਟਮੈਂਟ ਨਾਲ ਐਗਰੀ ਹੋ ਰਿਹਾ ਜੀ ਕਿਸੇ ਨਾ ਕਿਸੇ ਕਾਰਨ ਕਰਕੇ ਹੋਊਗਾ ਨਾ, ਤੇ ਇਹ ਕਹਿ ਰਿਹਾ ਕਿ ਆਹ ਦੋ ਕਾਰਨ ਆ ਜੀ ਮੇਰੇ ਕੋਲੇ, ਕਹਿੰਦਾ ਜਿੰਨਾ ਕਰਕੇ ਮੈਂ ਇਹ ਚੀਜ਼ ਮੰਨਦਾ ਵਾਂ ਕਿ ਅੱਜ ਆਪਣੇ ਕੋਲੇ ਕਾਫੀ ਜ਼ਿਆਦਾ ਚੁਆਇਸਸ। ਤੇ ਹੁਣ ਇਹ ਪ੍ਰੂਵ ਕਰੂਗਾ ਕਿ ਮੈਂ ਕਿਉਂ ਮੰਨਿਆ ਵੀ ਆਪਣੇ ਕੋਲੇ ਚੁਆਇਸਸ ਆ ਜੀ। ਆਹ ਦੋ ਚੀਜ਼ਾਂ ਨੂੰ ਹੁਣ ਦੱਸੂਗਾ ਜੀ ਕਿ ਅੱਗੇ ਕੀ ਹੁੰਦਾ ਸੀ, ਹੁਣ ਕੀ ਹੁੰਦਾ, ਪਹਿਲਾਂ ਕੀ ਹੁੰਦਾ ਸੀ, ਹੁਣ ਕੀ ਹੁੰਦਾ। ਚਲੋ ਜੀ ਚੱਲਦੇ ਆਪਾਂ ਜੀ। ਤੇ ਕੰਪਲੀਟਲੀ ਐਗਰੀ ਦਾ ਮਤਲਬ ਕੋਈ ਪਾਰਸ਼ੀਅਲ ਨਹੀਂ ਜੀ, ਸਾਰਾ ਐਸੇ ਜੋ ਡਿਜ਼ਾਈਨ ਕੀਤਾ ਜੀ ਉਹ ਕੰਪਲੀਟ ਐਗਰੀ ਤੇ ਹੀ ਕੀਤਾ ਜੀ। ਚਲੋ ਜੀ ਅੱਗੇ ਚੱਲਦੇ ਜੀ। ਹਾਂਜੀ ਤਾਂ ਪਹਿਲਾ ਬੀਪੀ ਹੈ ਜੀ, ਆਪਾਂ ਨੂੰ ਕੱਟ ਕਰ ਲੈਣਾ ਥੋੜਾ ਜਿਹਾ। ਤਾਂ ਆਪਣੇ ਕੋਲੇ ਜੀ ਪਹਿਲਾ ਬੀਪੀ ਹੈ ਜੀ। ਹਾਂਜੀ ਜੀ ਕੀ ਕਿਹਾ ਇਹਨਾਂ ਨੇ ਦੇਖਿਓ ਜੀ। ਕਹਿੰਦੇ ਇਟ ਇਜ਼ ਅਨਡੇਨਾਏਬਲ ਦੈਟ, ਇਹ ਕਹਿੰਦੇ ਵੀ ਇਹ ਚ ਕੋਈ ਯਾਨੀ ਕਿ ਝੁਠਲਾਉਣ ਵਾਲੀ ਗੱਲ ਨਹੀਂ। ਪਹਿਲੀ ਗੱਲ ਇਹਨੇ ਆ ਸਾਰਾ ਪੈਰਾ ਇੰਟਰਨੈਟ ਨੂੰ ਸਾਬਿਤ ਕਰਨ ਤੇ ਲਾਉਣਾ ਕਿ ਆਪਣੇ ਕੋਲੇ ਅੱਜ ਬਹੁਤ ਸਾਰੀਆਂ ਚੁਆਇਸਸ ਆ। ਕਿਵੇਂ? ਵਿਦ ਦਾ ਹੈਲਪ ਆਫ ਇੰਟਰਨੈਟ। ਦੂਸਰਾ ਕਾਤੇ ਬਣਾਇਆ ਹੋਊਗਾ? ਗਲੋਬਲਾਈਜੇਸ਼ਨ ਤੇ। ਤੇ ਇਹ ਦੋ ਪੁਆਇੰਟ ਕਰ ਗਈ ਤਾਂ ਇਹਨਾਂ ਨਾਲ ਕੰਪਲੀਟਲੀ ਐਗਰੀ ਹੋਇਆ ਜੀ। ਕਹਿੰਦੇ ਇਹਦੇ ਵਿੱਚ ਕੋਈ ਝੁਠਲਾਉਣ ਵਾਲੀ ਗੱਲ ਨਹੀਂ। ਇੰਟਰਨੈਟ ਹੈਜ਼ ਲੀਡ ਟੂ, ਇੱਕ ਦਿਨ ਆਪਾਂ ਸਟਰਕਚਰ ਕੀਤੀ ਸੀਗੀ ਜੀ, ਲੀਡ ਟੂ ਦਾ ਮਤਲਬ ਲੈ ਕੇ ਜਾਣਾ। ਇਹ ਚ ਕੋਈ ਸ਼ੱਕ ਨਹੀਂ ਕਿ ਇੰਟਰਨੈਟ ਆਪਾਂ ਨੂੰ ਲੈ ਕੇ ਜਾ ਚੁੱਕਾ ਵਾ ਕਿੱਥੋਂ ਤੱਕ? ਡਰਾਮੈਟਿਕ ਐਕਸਪੈਂਸ਼ਨ। ਕੋਲੋਕੇਸ਼ਨ ਨੋਟ ਕਰ ਲਓ ਜੀ, ਬਹੁਤ ਜ਼ਿਆਦਾ ਤੇਜ਼ੀ ਨਾਲ ਐਕਸਪੈਂਸ਼ਨ ਕਿਹਦੇ ਵਿੱਚ ਜੀ? ਇਨ ਦਾ ਨੰਬਰ ਆਫ ਚੁਆਇਸਸ that are available to us। ਕਹਿੰਦੇ ਜੀ ਇਹਦੇ ਵਿੱਚ ਕੋਈ ਝੁਠਲਾਉਣ ਵਾਲੀ ਗੱਲ ਨਹੀਂ ਕਿ ਇੰਟਰਨੈਟ ਜਿਹੜਾ ਹੈ ਉਹ ਡਰਾਮੈਟਿਕ ਐਕਸਪੈਂਸ਼ਨ ਕਰਾ ਚੁੱਕਾ ਵਾ ਚੁਆਇਸਸ ਦੇ ਵਿੱਚ।
ਜਿਹੜੀਆਂ ਆਪਣੇ ਕੋਲੇ ਅੱਜ ਹੈਗੀਆਂ ਵਾ। ਤਾਂ ਨੰਬਰ ਆਫ ਚੁਆਇਸਿਸ ਗਾਂ ਜਾ ਕੇ ਦੇਖਦੇ ਹਾਂ ਕਿਵੇਂ ਕਨੈਕਟੀਵਿਟੀ ਕਰ ਰਿਹਾ, ਕਿਹੜੇ ਲੈਵਲ ਦੇ ਸੈਂਟੈਂਸ ਆ। ਦਾ ਨੰਬਰ ਆਫ ਲਾਈਨ, ਉਹ ਕਹਿੰਦੇ ਕਿ ਮੀਡੀਆ ਆਪਸ਼ਨਸ ਆਪਣੇ ਕੋਲੇ ਅੱਜ ਦੇ ਸਮੇਂ 'ਚ ਕੀ ਹੈ ਜੀ, ਨੰਬਰ ਆਫ ਕਾਫੀ ਜ਼ਿਆਦਾ ਕਹਿੰਦੇ ਆਨਲਾਈਨ ਮੀਡੀਆ ਆਪਸ਼ਨ ਆ। ਫॉर ਇੰਸਟੈਂਸ ਧਿਆਨ ਨਾਲ ਦੇਖਿਓ, ਚੱਲਦੇ ਹੋਏ ਸੈਂਟੈਂਸ ਦੇ ਵਿੱਚ ਕੋਮੇ ਲਾ ਕੇ ਫॉर ਇੰਸਟੈਂਸ ਲਾ ਕੇ ਕੀ ਕਿਹਾ ਜੀ, ਫॉर ਇੰਸਟੈਂਸ। ਓਕੇ, ਇਜ਼ ਨਾਓ ਮੋਸਟ ਆਪਣੇ ਕੋਲ ਐਂਡਲੈਸ ਆ ਜੀ। ਕਹਿੰਦੇ ਇੱਥੇ ਮੈਂ ਤੁਹਾਨੂੰ ਇੱਕ ਸਟਰਕਚਰ ਦੱਸਣ ਲੱਗਾ ਜੀ, ਨਵੀਂ ਸਟਰਕਚਰ ਦੇਖਿਓ ਜੀ। ਇੱਥੇ ਤਾਂ ਇਹਨਾਂ ਨੇ ਕੀ ਕੀਤਾ ਜੀ, ਇੱਥੇ ਜਿਵੇਂ ਆਪਾਂ ਸੈਂਟੈਂਸ ਨੂੰ ਸਪਲਿਟ ਕਰਦੇ ਹੁੰਦੇ ਆ ਜੀ, ਚੱਲਦੇ ਹੋਏ ਸਬਜੈਕਟ ਲਿਖਣ ਤੋਂ ਬਾਅਦ ਚੋਂ ਜੀ ਫॉर ਇੰਸਟੈਂਸ, ਤੇ ਬਾਅਦ ਚੋਂ ਦਾ ਵਰਬ ਪੋਰਸ਼ਨ ਤੇ ਬਾਅਦ ਚੋਂ ਦਾ ਆਬਜੈਕਟ ਪੋਰਸ਼ਨ। ਐਗਜ਼ਾਮਪਲ ਮੈਂ ਤੁਹਾਨੂੰ ਸੌਖੀ ਦਿੰਦਾ, ਬਾਅਦ ਚੋਂ ਰਿਲੇਟ ਕਰਕੇ ਦੇਖਿਓ ਜੀ। ਤੁਹਾਨੂੰ ਕਹਿ ਰਿਹਾ ਜੀ ਸਬਜੈਕਟ ਮੈਂ ਚੱਕਿਆ ਜੀ ਕੈਨੇਡਾ, ਕੈਨੇਡਾ ਉਦਾਹਰਨ ਦੇ ਤੌਰ ਤੇ is the most powerful ਜੋ ਵੀ ਮੇਰਾ ਸੈਂਟੈਂਸ ਹੈ ਜੀ, ਸਬਜੈਕਟ ਤੇ ਵਿੱਚ ਆ ਕਨੈਕਟਰ ਲਾ ਜੀ ਫॉर ਐਗਜ਼ਾਮਪਲ। ਇਹ ਇੱਕ ਤਰ੍ਹਾਂ ਦੀ ਇੰਫੈਥੈਟਿਕ ਸਟਰਕਚਰ ਹੁੰਦੀ ਹੈ, ਜੇ ਤੁਹਾਨੂੰ ਪਤਾ ਹੋਵੇ ਆਪਾਂ ਇੱਕ ਦਿਨ ਕੀਤੀ ਸੀ। ਉਹਦੇ ਵਿੱਚ ਆਪਾਂ ਸਬਜੈਕਟ ਜਦੋਂ ਆਪਾਂ ਕਿਹਾ ਸੀਗਾ ਪੀਪਲ, ਕੌਮਿਆਂ 'ਚ ਲਿਖਤਾ ਸੀਗਾ ਜੀ ਦੇਅਰਫੋਰ, ਹਾਲਾਂਕਿ ਦੇਅਰਫੋਰ ਪਹਿਲਾਂ ਲਿਖੀਦਾ ਹੁੰਦਾ। ਤੇ ਇਹਨਾਂ ਨੇ ਕੁਝ ਨਹੀਂ ਕੀਤਾ, ਜਸਟ ਜਾਣੀ ਕਿ ਇੰਫੈਥੈਟਿਕ ਸਟਰਕਚਰ ਬਣਾਇਆ ਵਾ। ਫॉर ਇੰਸਟੈਂਸ ਜਿਹੜੀ ਆਪਾਂ ਸਟਾਰਟਿੰਗ 'ਚ ਲਿਖਦੇ ਆ, ਜਾਣ ਕੇ ਸਬਜੈਕਟ ਤੋਂ ਬਾਅਦ ਚੋਂ ਲਿਖੀ ਗਈ ਹੈ ਜੀ। ਯੈਸ ਔਰ ਨੋ ਜੀ? ਤੁਹਾਨੂੰ ਇੰਫੈਥੈਟਿਕ ਸਟਰਕਚਰ ਤੋਂ ਅੱਜ ਯਾਦ ਆਇਆ ਹੋਊਗਾ ਬੱਚਿਆਂ ਨੂੰ ਕਿ ਇਹਨਾਂ ਨੇ ਜਸਟ ਪਲੇਸ ਚੇਂਜ ਕੀਤੀ ਹੈ ਜੀ ਕਨੈਕਟਰ ਦੀ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ। ਠੀਕ ਹੈ ਜੀ, ਹਾਂਜੀ ਅੱਗੇ sir। ਚੱਲਦੇ ਆ ਜੀ। ਤਾਂ ਕੀ ਕਿਹਾ ਜੀ, ਸਬਜੈਕਟ ਲੈ ਕੇ ਇਹਨਾਂ ਨੇ ਲਿਖਤਾ ਜੀ ਫॉर ਇੰਸਟੈਂਸ, ਅੱਗੇ ਜਾ ਕੇ ਉਹਨਾਂ ਨੇ ਉਹਦਾ ਹੈਲਪਿੰਗ ਵਰਬ ਲਾਇਆ ਜੀ। ਹਾਂਜੀ ਜੀ, ਤਾਂ ਚਲੋ ਜੀ, ਤਾਂ ਇਹਨਾਂ ਨੇ ਇੱਥੇ ਆਪਾਂ ਨੂੰ ਕਿਹਾ ਜੀ, ਇਹਨਾਂ ਨੇ ਆਪਾਂ ਨੂੰ ਕਿਹਾ ਜੀ ਦਾ ਨੰਬਰ ਇੱਕ ਸਿੰਗੂਲਰ ਵਰਡ ਆ, ਤਾਂ ਜਾ ਕੇ ਇਹਦੀ ਹੈਲਪਿੰਗ ਵਰਡ ਆ ਪਈ ਹੈ ਜੀ। ਧਿਆਨ ਨਾਲ ਦੇਖਿਓ, ਆ ਜਿਹੜਾ ਇਜ਼ ਲਾਇਆ ਇਹ ਦਾ ਨੰਬਰ ਲਈ ਲਾਇਆ ਵਾ। ਇਹਦਾ ਜਿਹੜਾ ਨੰਬਰ ਆਫ ਲਾਈਨ ਜਾਨੀ ਕਿ ਮੀਡੀਆ ਆਪਸ਼ਨਸ ਹੈਗੀਆਂ ਉਦਾਹਰਨ ਦੇ ਤੌਰ ਤੇ, ਉਹ ਹੁਣ ਆਪਣੇ ਕੋਲੇ ਲਿਮਿਟਲੈਸ ਆ ਜੀ, ਬਹੁਤ ਜ਼ਿਆਦਾ ਆ। ਉਹ ਕਹਿੰਦੇ देयर आर काउंटलेस ਵੈਬਸਾਈਟਸ ਆ ਜਿਹੜੀਆਂ ਆਪਾਂ ਨੂੰ ਬ੍ਰਿੰਗ ਕਰ ਰਹੀਆਂ ਜੀ ਕੀ ਇੰਟਰਟੇਨਮੈਂਟ, ਨਿਊਜ਼, ਵੀਡੀਓਜ਼ ਤੇ ਆਪਣੀ ਡਿਮਾਂਡ ਤੇ ਟੈਲੀਵਿਜ਼ਨ ਤੇ ਮਿਊਜ਼ਿਕ ਸਟ੍ਰੀਮਿੰਗ, ਕੋਮੇ ਪਾ ਕੇ ਇੱਕ ਲਿਸਟ ਲਿਖੀ ਹੋਈ ਹੈ ਜੀ। ਮੈਨੀ ਆਫ ਵਿਚ ਕਿਹਨਾਂ ਨੂੰ ਕਹਿ ਰਿਹਾ ਵਾ, ਜਿੰਨੇ ਆ ਸਾਰੇ ਇਹਨੇ ਪਿੱਛੇ ਮੈਂਸ਼ਨ ਕੀਤੇ ਆ ਜੀ। ਮੈਨੀ ਆਫ ਵਿਚ ਆਰ ਫ੍ਰੀ, ਇਹਨਾਂ ਵਿੱਚੋਂ ਜ਼ਿਆਦਾਤਰ ਫ੍ਰੀ ਹੈ ਜੀ ਉਹ ਕਹਿੰਦਾ। ਤੇ ਹੁਣ ਅੱਗੇ ਜਾ ਕੇ ਕੀ ਕਿਹਾ ਜੀ ਇਹਨਾਂ ਨੇ, would argue that, ਮੈਂ ਇਹ ਕਹਿੰਦਾ ਆਰਗੂਮੈਂਟ ਕਰੂੰਗਾ ਕਿ ਜਿਹੜੀ ਜਾਨੀ ਕਿ ਦਿਸ ਅਬੰਡੈਂਸ ਕਿਹੜੀ, ਜਿਹੜੀ ਆ ਪਿੱਛੇ ਕੋਮਿਆਂ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਵਾ, ਉਹਨਾਂ ਨੂੰ ਇੱਕ ਵਰਡ ਦੇ ਵਿੱਚ ਕੰਪਾਈਲ ਕਰਤਾ। ਇਹ ਜਿਹੜਾ ਕਹਿੰਦਾ ਜਾਨੀ ਆਪਣੇ ਕੋਲੇ ਅਬੰਡੈਂਸ ਹੈਗੀ ਆ, ਕਿਹੜੀ ਚੀਜ਼ ਦੀ, ਮੀਡੀਆ ਦੀ। ਮੀਡੀਆ ਪਿੱਛੇ ਸਾਰੇ ਮੈਂਸ਼ਨ ਕੀਤੇ ਪਏ ਆ ਜੀ। ਲੀਡਸ ਟੂ, ਆ ਇਹਨਾਂ ਨੇ ਥੋੜਾ ਜਿਹਾ ਰੈਪੀਟੀਸ਼ਨ ਕੀਤੀ ਹੈ। ਹਰ ਇੱਕ ਐਸੇ ਦੇ ਕੋਈ ਨਾ ਕੋਈ ਡਰਾਬੈਕ ਵੀ ਹੁੰਦੀ ਹੈ ਜੀ। ਹਰ ਇੱਕ ਐਸੇ ਇੱਕ ਆਪਾਂ ਵੱਖੋ ਵੱਖਰੇ ਪਰਸਪੈਕਟਿਵ ਤੋਂ ਦੇਖੀਏ ਤਾਂ ਕਿਤੇ ਨਾ ਕਿਤੇ ਡਰਾਬੈਕ ਵੀ ਹੁੰਦੀ ਹੈ, ਕੋਈ ਵੀ ਚੀਜ਼ ਫੁੱਲੀ ਨਹੀਂ ਹੁੰਦੀ। ਇਹ ਜਿਹੜੀ ਕਹਿੰਦੇ ਜੀ ਆ ਜਿਹੜੀ ਭਰਪੂਰ ਮਾਤਰਾ ਹੈਗੀ ਆ ਮੀਡੀਆ ਦੀ, ਇਹ ਕਿੱਥੋਂ ਤੱਕ ਲੈ ਕੇ ਜਾਂਦੀ ਹੈ ਜੀ, ਕਹਿੰਦਾ ਕਨਫਿਊਜ਼ਨ ਤੱਕ ਲੈ ਕੇ ਆਉਂਦੀ ਆ ਔਨ ਦਾ ਪਾਰਟਸ ਆਫ ਐਵਰੇਜ ਯੂਜ਼ਰ। ਇੱਕ ਪਰਸਨ ਨੂੰ ਕਨਫਿਊਜ਼ ਦੇ ਵਿੱਚ ਕਰ ਦਿੰਦੀ ਹੈ ਜੀ, ਕਿਉਂਕਿ ਕਹਿੰਦਾ ਚੁਆਇਸਿਸ ਬਹੁਤ ਜ਼ਿਆਦਾ ਹੋ ਜਾਂਦੀਆਂ ਆਪਣੇ ਕੋਲੇ। ਤੇ ਅੱਗੇ ਜਾ ਕੇ ਜੀ ਇਹਨਾਂ ਨੇ ਆਹ ਸਿਨੋਨਿਮ ਲਾਇਆ ਜੀ ਬਿਕੋਜ਼ ਦਾ, ਤੇ ਇਦੋਂ ਪਹਿਲਾਂ ਕੋਮਾ ਨਹੀਂ ਪੈਂਦਾ ਹੁੰਦਾ, ਪਰ ਇਹਨਾਂ ਨੇ ਆ ਗਲਤ ਲਾਇਆ ਪਿਆ ਜੀ। ਇੱਥੇ ਕੋਮਾ ਨਹੀਂ ਪੈਣਾ ਜੀ, ਨੋਟ ਕਰ ਲਿਓ ਇਹਨੂੰ। ਸਲਾਈਟ ਜੀਆਂ ਮਿਸਟੇਕ ਹਰ ਇੱਕ ਚੀਜ਼ ਚ ਹੁੰਦੀਆਂ, ਕਈ ਮਿਸ ਪ੍ਰਿੰਟਿੰਗ ਵੀ ਹੋ ਜਾਂਦੀ ਹੈ, ਕਿਉਂਕਿ ਜੀ ਕਹਿੰਦੇ we have to make so many decisions। ਇਹਨੇ ਪਿੱਛੇ ਕਿਹਾ ਸੀ ਜੀ ਇਹ ਚੀਜ਼ ਆਪਾਂ ਨੂੰ ਕਨਫਿਊਜ਼ ਕਰ ਦਿੰਦੀ ਆ, ਹੁਣ ਦੱਸ ਰਿਹਾ ਵੀ ਕਿਵੇਂ। ਕਿਉਂਕਿ ਕਹਿੰਦਾ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਬਾਅਦ ਚੋਂ ਆਪਾਂ ਨੂੰ ਡਿਸੀਜ਼ਨ ਲੈਣੇ ਪੈਂਦੇ ਆ ਅਬਾਊਟ ਦਾ ਕੰਟੈਂਟ ਨੂੰ ਲੈ ਕੇ, that we consume ਇੱਥੇ ਆਪਾਂ ਕੰਟੈਂਟ ਦੇਖਦੇ ਆ, ਸਮਝ ਲਓ ਆਪਾਂ ਕੰਜ਼ਿਊਮ ਕਰਦੇ ਹੁੰਦੇ ਆ। ਜਸਟ ਇਹਨੇ ਵੋਕੈਬੂਲਰੀ ਸ਼ੋ ਕੀਤੀ ਆਪਣੀ। ਤੇ ਅੱਗੇ ਜਾ ਕੇ ਇਹਨੇ ਇੱਕ ਪਰਸਨਲ ਐਗਜ਼ਾਮਪਲ ਦਿੱਤੀ ਹੈ ਜੀ। ਹੁਣ ਸਟੂਡੈਂਟ ਇੱਥੇ ਕੀ ਸਰ ਆਪਾਂ ਪਰਸਨਲ ਐਗਜ਼ਾਮਪਲ ਦੇ ਸਕਦੇ ਆ, ਨਹੀਂ ਦੇ ਸਕਦੇ। ਅੱਜ ਤੱਕ IDP ਨੇ ਆਪਣੇ ਡਿਸਕ੍ਰਿਪਟਰ ਦੇ ਵਿੱਚ ਕਿਤੇ ਵੀ ਮੈਂਸ਼ਨ ਕੀਤਾ ਹੀ ਨਹੀਂ ਹੈ ਜੀ। ਇਹ ਜਸਟ ਆਪਣੇ ਬਲੀਫ ਸਿਸਟਮ ਬਣਾਏ ਹੋਏ ਆ ਸਾਰਿਆਂ ਦੇ ਟੈਂਪਲੇਟ ਬਣਾਏ ਆ, ਸਾਰਿਆਂ ਦੀਆਂ ਵੱਖੋ ਵੱਖਰੀਆਂ ਥਿਊਰੀਆਂ ਕੱਢੀਆਂ ਪਈਆਂ ਵਾ। ਰਾਈਟਿੰਗ ਇੱਕ ਫਰੀडम ਹੁੰਦੀ ਹੈ ਜੀ। ਜੇ ਤੁਹਾਨੂੰ ਡਾਊਟ ਆ ਤਾਂ ਨਾ ਲਿਖੋ ਜੀ, ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰ ਰਿਹਾ।
ਜੋ ਪੈਨ ਹੁੰਦਾ ਉਹ ਤੁਹਾਡੇ ਜਾਣੀ ਕਿ ਹੱਥ ਵਿੱਚ ਹੁੰਦਾ। ਜੇ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਕਿ ਪਰਸਨਲ ਐਗਜ਼ਾਮਪਲ ਮੇਰੇ ਪੁਆਇੰਟ ਦੇ ਨਾਲ ਰਲਦੀ ਮਿਲਦੀ ਹੋਊਗੀ ਤਾਂ ਦੇ ਸਕਦੇ ਹੋ ਜੀ। ਜੇ ਤੁਹਾਨੂੰ ਐਸੇ ਨੇ ਮੈਂਸ਼ਨ ਹੀ ਕਰਤਾ ਕਿ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਐਗਜ਼ਾਮਪਲ ਦਿਓ, ਫਿਰ ਤਾਂ ਕੋਈ ਰੋਕ ਹੀ ਨਹੀਂ ਸਕਦਾ, ਫਿਰ ਤਾਂ ਆਈ ਭਾਵੇਂ 2 ਵਾਰੀ ਲਿਖ ਦਿਓ ਜੀ, ਫਿਰ ਕੋਈ ਚੱਕਰ ਨਹੀਂ। ਜੇ ਤੁਹਾਨੂੰ ਵੈਸੇ ਕੋਈ ਵਹਿਮ ਆ, ਕਿਉਂਕਿ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ, ਤਾਂ ਫਿਰ ਪਰਸਨਲ ਨਾ ਦੇ ਕੇ ਜਨਰਲ ਐਗਜ਼ਾਮਪਲ ਦੇ ਦਿਓ ਜੀ, ਆਪਣੇ ਆਪ ਤੇ ਗੱਲ ਨਾ ਲੈ ਕੇ ਆਓ। ਤਾਂ ਇਹਨਾਂ ਨੇ ਕੀ ਕਿਹਾ ਧਿਆਨ ਨਾਲ ਦੇਖਿਓ ਜੀ। ਰਾਈਟਿੰਗ ਇੱਕ ਫਰੀडम ਹੁੰਦੀ ਹੈ ਜੀ, ਤਾਂ ਕਰਕੇ ਇਹਨੇ ਇਦਾਂ ਦੱਸਿਆ ਕਿ ਮੈਂ ਆਪਣੀ ਪਰਸਨਲ ਐਗਜ਼ਾਮਪਲ ਹੀ ਕਹਿੰਦਾ ਲੈਣਾ ਚਾਹੁੰਦਾ ਜੀ। ਅ ਪਰਸਨਲ ਐਗਜ਼ਾਮਪਲ ਆਫ ਦਿਸ ਟ੍ਰੈਂਡ, ਜਿਹੜੀ ਇਹ ਟ੍ਰੈਂਡ ਦੀ ਪਰਸਨਲ ਐਗਜ਼ਾਮਪਲ ਹੈ ਜੀ, ਵੁੱਡ ਬੀ ਦਾ ਫੈਕਟ, ਇਹ ਗੱਲ ਹੋਊਗੀ ਆਈ ਹੈਡ ਏ ਚੁਆਇਸ ਆਫ ਜਸਟ 4 TV ਚੈਨਲਸ ਵੈਨ ਆਈ ਵਾਜ਼ ਅ ਚਾਈਲਡ। ਕਹਿੰਦੇ ਮੈਂ ਆਪਣੀ ਪਰਸਨਲ ਐਗਜ਼ਾਮਪਲ ਹੀ ਦੱਸ ਦਿੰਦਾ ਵਾ। ਕਹਿੰਦਾ ਜਦੋਂ ਮੈਂ ਚਾਈਲਡ ਸੀਗਾ ਤਾਂ ਸਿਰਫ 4 ਚੈਨਲ ਹੁੰਦੇ ਸੀਗੇ ਟੀਵੀ ਦੇ ਉੱਪਰ, ਵੇਅਰ ਐਜ਼ ਆਈ ਨਾਓ ਹੈਵ ਅਸੈਸ ਟੂ, ਹੁਣ ਮੇਰੀ ਪਹੁੰਚ ਕਿੱਥੋਂ ਤੱਕ ਆ, ਥਾਊਜ਼ੈਂਡਸ ਆਫ ਫਿਲਮਸ ਤੱਕ, ਸੀਰੀਜ਼ ਤੱਕ, ਕਿਹਦੇ ਰਾਹੀਂ ਜੀ, ਜਿਵੇਂ ਕਹਿੰਦੇ ਨੇ ਕਿ ਨੈਟਫਲਿਕਸ ਤੇ ਜੀ। ਤਾਂ ਇਹਨਾਂ ਨੇ ਪਰਸਨਲ ਐਗਜ਼ਾਮਪਲ ਦਿੱਤੀ ਆ ਵੀ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਜੀ। ਤਾਂ ਸਾਰੇ ਆਪਾਂ ਜੇ ਇਹਨੂੰ ਦੇਖੀਏ ਜੀ, ਤਾਂ ਮਿਊਜ਼ਿਕ ਸਟ੍ਰੀਮਿੰਗ ਇੱਕ ਕੋਲੋਕੇਸ਼ਨ ਹੈ ਜੀ, ਫਿਰ ਕਾਊਂਟਲੈਸ ਵੈਬਸਾਈਟ ਇੱਕ ਕੋਲੋਕੇਸ਼ਨ ਹੈ ਜੀ, ਡਰਾਮੈਟਿਕ ਐਕਸਪੈਂਸ਼ਨ ਇੱਕ ਕੋਲੋਕੇਸ਼ਨ ਹੈ ਜੀ। 2 ਵਰਡ ਜਿਹੜੇ ਜੋੜ ਕੇ ਲਿਖੇ ਹੁੰਦੇ ਆ ਜੀ, ਉਹਨਾਂ ਨੂੰ ਕੋਲੋਕੇਸ਼ਨ ਕਿਹਾ ਜਾਂਦਾ ਜੀ। ਤੇ ਆ ਜਿਵੇਂ ਅਬੰਡੈਂਸ ਵਰਡ ਹੋ ਗਿਆ ਜੀ, ਠੀਕ ਹੈ ਜੀ। ਤਾਂ ਇਹ ਆਪਣੇ ਕੋਲੇ ਲੈਕਸੀਕਲ ਰਿਸੋਰਸਸ ਇਹਦੇ ਵਿੱਚੋਂ ਦਿਖੇ ਆਪਾਂ ਨੂੰ ਜੀ। ਹਰ ਇੱਕ ਸੈਂਟੈਂਸ ਨੂੰ ਕੰਟਰੋਲ ਕੀਤਾ ਗਿਆ ਜੀ। ਇੱਕ ਅੱਧੀ ਜਗ੍ਹਾ ਤੇ ਪੰਕਚੁਏਸ਼ਨ ਗਲਤ ਕੀਤੀ ਗਈ ਆ, ਉਹ ਇੱਕ ਨੈਗਲੀਜੀਬਲ ਮਿਸਟੇਕ ਹੋਊਗੀ, ਜਿਹਨੂੰ ਸਲਿਪੀ ਮਿਸਟੇਕ ਕਹਿ ਦਿੰਦੇ ਆ ਜੀ। ਇਹਦੇ ਵਿੱਚ ਐਮਫੈਥੈਟਿਕ ਸਟਰਕਚਰ ਵੀ ਬਣਾਈ ਹੋਈ ਆ ਤਾਂ ਕਿ ਰਾਈਟਿੰਗ ਦੇ ਵਿੱਚ ਕੁਆਲਿਟੀ ਸ਼ੋ ਕੀਤੀ ਜਾ ਸਕੇ। ਤਾਂ ਅੱਗੇ ਜਾ ਕੇ ਆਹ ਵਾਲੇ ਸੈਂਟੈਂਸ ਨੂੰ ਕੰਪਲੈਕਸਿਟੀ ਨਾਲ ਮਰਜ ਕੀਤਾ ਵਾ ਤਾਂ ਕਿ ਕੰਪਲੈਕਸ ਸਟਰਕਚਰ ਵੀ ਬਣਾਈ ਜਾ ਸਕੇ। ਇੰਟਰੋ ਵਿੱਚ ਕੰਪਾਊਂਡ ਸੈਂਟੈਂਸ ਸੀਗਾ, ਇਹਦੇ ਵਿੱਚ 1-2 ਥਾਵਾਂ ਤੇ ਕੰਪਲੈਕਸ ਸੈਂਟੈਂਸ ਦੇਖੇ ਗਏ ਜੀ। ਅੱਗੇ ਚੱਲਦੇ ਹਾਂ ਜੀ। ਤਾਂ ਇਹ ਇਹਨਾਂ ਨੇ ਇੰਟਰਨੈਟ ਤੇ ਲਿਖਿਆ ਵੀ ਪਹਿਲਾਂ ਕਹਿੰਦਾ ਮੈਂ ਤਾਂ ਐਗਰੀ ਹੋਇਆ ਵਾਂ ਕਿਉਂਕਿ ਜਿਹੜਾ ਇੰਟਰਨੈਟ ਆ ਉਹ ਇੱਕ ਫੈਕਟਰ ਆ ਬਹੁਤ ਵੱਡਾ ਕਨਫਿਊਜ਼ ਕਰਨ ਦੇ ਵਿੱਚ। ਹੁਣ ਇਹਨੇ ਆਪਣੇ ਦੂਸਰੇ ਪੈਰੇ ਨੂੰ ਪਹਿਲੇ ਦੇ ਨਾਲ ਲਿੰਕ ਕਰਨਾ ਸੀਗਾ ਜੀ। ਤਾਂ ਇਹਨੂੰ ਪਤਾ ਕਿ ਮੇਰੇ ਕੋਲੇ ਪੁਆਇੰਟ ਤਾਂ 2 ਹੀ ਆ ਜਸਟ, ਤੇ ਦੂਸਰੇ ਨੂੰ ਬੜੇ ਸਮਾਰਟ ਜਿਹੇ ਤਰੀਕੇ ਨਾਲ ਕਹਿ ਰਹੇ ਜੀ ਅਲੋਂਗ ਸਾਈਡ। ਅਲੋਂਗ ਸਾਈਡ ਕਿਹਦਾ ਸਿਨੋਨਿਮ ਹੁੰਦਾ ਜੀ, ਅਲੋਂਗ ਵਿਦ ਦਾ। ਕਹਿੰਦਾ ਜੀ ਅਲੋਂਗ ਸਾਈਡ ਦਾ ਇਨਫਲੂਐਂਸ ਆਫ ਇੰਟਰਨੈਟ, ਇੰਟਰਨੈਟ ਦੇ ਪ੍ਰਭਾਵ ਦੇ ਨਾਲ ਨਾਲ ਦੂਸਰੀ ਚੀਜ਼ ਕੋਮਾ ਪਾ ਕੇ ਦੱਸੀ ਜੀ, ਗਲੋਬਲਾਈਜੇਸ਼ਨ ਇਜ਼ ਮੇਕਿੰਗ ਦਾ ਵਰਲਡ ਸਮਾਲਰ। ਗਲੋਬਲਾਈਜੇਸ਼ਨ ਕਹਿੰਦਾ ਜੀ ਵਰਲਡ ਨੂੰ ਸਮਾਲਰ ਬਣਾ ਰਹੀ ਹੈ। ਐਂਡ ਕੰਪਾਊਂਡਿੰਗ ਦਿਸ ਪ੍ਰੋਬਲਮ, ਕੰਪਾਊਂਡ ਵਰਡ ਦਾ ਮੀਨਿੰਗ ਹੁੰਦਾ ਕਈ ਗੁਣਾ ਕਰ ਦੇਣਾ, ਸੈਵਰਲ ਟਾਈਮਸ ਮਲਟੀਪਲਾਈ ਕਰ ਦੇਣਾ। ਦੇਖੋ ਇਹਨੇ BP2 ਨੂੰ ਕਿੰਨੇ ਵਧੀਆ ਵੇ ਨਾਲ BP1 ਨਾਲ ਕਨੈਕਟ ਕੀਤਾ ਜੀ। ਇਹ BP2 ਦੀ ਸਟਾਰਟਿੰਗ ਦੇ ਵਿੱਚ ਮੈਂਸ਼ਨ ਕਰ ਗਿਆ ਕਿ ਮੈਂ BP1 ਚ ਕੀ ਲੈ ਕੇ ਆਇਆ ਵਾਂ, ਪੈਰੇ ਨੂੰ ਪੈਰੇ ਨਾਲ ਕਨੈਕਟ ਕਰ ਰਿਹਾ ਜੀ। ਪਹਿਲਾ ਪੈਰਾ ਸਾਰਾ ਇੰਟਰਨੈਟ ਤੇ ਸੀਗਾ, ਜਾਣਬੁੱਝ ਕੇ BP2 ਦੀ ਸਟਾਰਟਿੰਗ ਦੇ ਵਿੱਚ ਇੰਟਰਨੈਟ ਵਰਡ ਲੈ ਕੇ ਆਂਦਾ। ਅਲੋਂਗ ਸਾਈਡ ਦਾ ਇਨਫਲੂਐਂਸ ਆਫ ਇੰਟਰਨੈਟ, ਇੰਟਰਨੈਟ ਦੇ ਪ੍ਰਭਾਵ ਦੇ ਨਾਲ ਨਾਲ ਦੂਸਰਾ ਪੁਆਇੰਟ ਕਿਹੜਾ ਸੀ ਜੀ, ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਵੀ ਵਰਲਡ ਨੂੰ ਸਮਾਲਰ ਬਣਾ ਰਹੀ ਆ ਤੇ ਇਹ ਪ੍ਰੋਬਲਮ ਨੂੰ ਬਹੁਤ ਗੁਣਾ ਕਰ ਰਹੀ ਹੈ ਜੀ। ਉਹ ਕਹਿੰਦੇ ਕੰਪਾਊਂਡਿੰਗ ਵੱਡਾ ਕਰ ਰਹੀ ਹੈ ਇਹ ਪ੍ਰੋਬਲਮ ਨੂੰ, ਟੂ ਮੱਚ ਬਹੁਤ ਵੱਡੇ ਲੈਵਲ ਤੇ ਚੁਆਇਸਸ ਦੇ ਮਾਮਲੇ ਦੇ ਵਿੱਚ, ਟੂ ਮੱਚ ਚੁਆਇਸ। ਕਹਿੰਦੇ ਚੀਪ ਇੰਟਰਨੈਸ਼ਨਲ ਫਲਾਈਟ। ਹੁਣ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਜੀ, ਦੁਨੀਆ ਦਾ ਇੱਕ ਦੂਜੇ ਦੇ ਨੇੜੇ ਆਉਣਾ। ਆਪਾਂ ਦੂਜੀਆਂ ਕੰਟਰੀਆਂ ਜਾ ਵੜਦੇ ਆ, ਦੂਜੀਆਂ ਕੰਟਰੀਆਂ ਆਪਣੀ ਕੰਟਰੀਆਂ ਚ ਆਉਂਦੇ ਆ। ਤਾਂ ਕਰਕੇ ਇਹਨੇ ਹੁਣ ਗਾਂ ਪੁਆਇੰਟ ਜਿਹੜੀ ਕਨੈਕਟੀਵਿਟੀ ਬਣਾਈ ਆ ਉਹ ਇੰਟਰਨੈਸ਼ਨਲ ਫਲਾਈਟ ਤੇ ਬਣਾ ਲਿਆ। ਗਲੋਬਲਾਈਜੇਸ਼ਨ ਨੂੰ ਉਹਨੇ ਸਾਬਿਤ ਕਰਨ ਲੱਗਾ ਵਾ ਵੀ ਮੈਂ ਕਿਉਂ ਗਲੋਬਲਾਈਜੇਸ਼ਨ ਕਿਹਾ। ਕਹਿੰਦਾ ਜਿਹੜੀ ਸਸਤੀ ਇੰਟਰਨੈਸ਼ਨਲ ਫਲਾਈਟਸ ਹੈਗੀਆਂ ਵਾ ਹੈਵ ਮੇਡ, ਇਹ ਬਣਾ ਚੁੱਕੀਆਂ ਜੀ, ਬਾਹਰ ਜਿਹੜੀ ਆਪਾਂ ਟਰੈਵਲਿੰਗ ਕਰਦੇ ਹੁੰਦੇ ਆ ਇਹਨੂੰ ਪੋਸੀਬਲ ਬਣਾ ਚੁੱਕੀਆਂ ਵਾ ਫॉर ਮਿਲੀਅਨਸ ਆਫ ਪੀਪਲ। ਤੁਸੀਂ ਲਿਖਣਾ ਸੀਗਾ ਫॉर ਮੈਨੀ ਪੀਪਲ, ਇਹਨੇ ਲਿਖਿਆ ਫॉर ਮਿਲੀਅਨਸ ਆਫ ਪੀਪਲ। ਨਿੱਕੀ ਨਿੱਕੀ ਚੀਜ਼ ਨੂੰ ਵੈਰੀ ਕਰਵਾ ਕੇ ਲਿਖ ਰਿਹਾ, ਜਸਟ ਛੋਟੀ ਛੋਟੀ ਚੀਜ਼ਾਂ ਨੂੰ ਚੇਂਜ ਕਰ ਰਿਹਾ, ਬਾਲੀਆਂ ਵੱਡੀਆਂ ਨੂੰ ਨਹੀਂ। ਮੈਂ ਛੇਤੀ ਕਿਸੇ ਬੱਚੇ ਦੀ ਰਾਈਟਿੰਗ ਚ ਨਹੀਂ ਦੇਖਦਾ ਕਿ ਮਿਲੀਅਨਸ ਆਫ ਪੀਪਲ, ਮੈਨੀ ਪੀਪਲ ਜ਼ਰੂਰ ਦੇਖਦਾ ਵਾਂ। ਤੇ ਅੱਗੇ ਹੀ ਇਹਨੇ ਕੰਪਾਊਂਡ ਸੈਂਟੈਂਸ ਬਣਾਤਾ ਜੀ, ਬਟ ਦੋਵਾਂ ਨੂੰ ਕਨੈਕਟ ਕਰ ਰਿਹਾ ਵਾ। ਇਹਦਾ ਮਤਲਬ ਕੀ ਹੋਇਆ, ਇਹ ਕੰਪਾਊਂਡ ਸੈਂਟੈਂਸ ਆ ਜੀ। ਕੰਪਾਊਂਡ ਸੈਂਟੈਂਸ ਕਿਹੜੀਆਂ ਕਿਹੜੀਆਂ ਕੰਜੰਕਸ਼ਨਾਂ ਬਣਾਉਂਦੀਆਂ ਜੀ, ਕੰਪਾਊਂਡ ਸੈਂਟੈਂਸ ਬਣਾਉਂਦੀਆਂ ਜੀ ਆ 7 ਕੰਜੰਕਸ਼ਨਸ। ਫੈਨ ਬॉयਜ਼, ਫੈਨ ਬॉयਜ਼, ਫॉर ਦਾ ਯੂਜ਼ ਨਹੀਂ ਕਰਦੇ ਜੀ ਆਪਾਂ ਹੁਣ, ਇੱਕ ਕੰਜੰਕਸ਼ਨ ਦੇ ਤੌਰ ਤੇ। ਇਹ ਚੀਜ਼ ਮੈਂ ਤੁਹਾਨੂੰ ਦੱਸੀ ਸੀਗੀ ਜੀ। ਐਂਡ ਹੋ ਗਿਆ ਜੀ, ਨੌਰ ਹੋ ਗਿਆ,
ਬਟ ਹੋ ਗਿਆ, ਔਰ ਹੋ ਗਿਆ, ਯੈਟ ਹੋ ਗਿਆ ਤੇ ਸੋ ਹੋ ਗਿਆ। ਸਟਰਕਚਰ ਕੀ ਹੁੰਦੀ ਆ, ਇਹਨਾਂ ਵਿੱਚੋਂ ਕੋਈ ਵੀ ਵਰਡ ਦੋ ਸੈਂਟੈਂਸਸ ਨੂੰ ਜੋੜਨਾ ਚਾਹੀਦਾ ਵਾ ਜੀ। ਜਿਵੇਂ ਹੁਣੀ ਬਟ ਦੋ ਸੈਂਟੈਂਸਸ ਨੂੰ ਜੋੜ ਰਿਹਾ, ਇਹਦੇ ਮੂਹਰਲੇ ਸੈਂਟੈਂਸ ਵਿੱਚ ਵੀ ਸਬਜੈਕਟ ਵਰਬ ਤੇ ਆਬਜੈਕਟ ਹੋਣਾ ਚਾਹੀਦਾ, ਪਿੱਛੇ ਵਾਲੇ ਵਿੱਚ ਵੀ ਸਬਜੈਕਟ ਵਰਬ ਤੇ ਆਬਜੈਕਟ। ਇਹ ਕੰਪਾਊਂਡ ਸੈਂਟੈਂਸ ਹੁੰਦਾ। ਚਲੋ ਚੈੱਕ ਕਰਦੇ ਹਾਂ ਕਿ ਇਹ ਕੰਪਾਊਂਡ ਹੀ ਹੈ ਜੀ। ਤਾਂ ਤੁਸੀਂ ਇਹ ਚੀਜ਼ ਦੇਖੋ ਜੀ, ਆ ਸਬਜੈਕਟ ਸੀਗਾ ਜੀ, ਆ ਸਬਜੈਕਟ ਹੈ ਜੀ ਸਾਰਾ। ਚੀਪ ਇੰਟਰਨੈਸ਼ਨਲ ਫਲਾਈਟ, ਹੈਵ ਮੇਡ ਕੀ ਹੈ ਜੀ, ਵਰਬ ਹੈ ਜੀ, ਤੇ ਆਹ ਵਾਲਾ ਸਾਰਾ ਕੀ ਹੈ ਜੀ, ਇਹਦਾ ਆਬਜੈਕਟ ਹੈ ਜੀ। ਸੈਂਟੈਂਸ ਕੰਪਲੀਟ ਹੋ ਗਿਆ ਜੀ। ਕੰਪਲੀਟ ਤੋਂ ਬਾਅਦ ਚੋਂ ਆ ਕੰਜੰਕਸ਼ਨ ਲੱਗੀ ਆ, ਕੰਜੰਕਸ਼ਨ ਤੋਂ ਬਾਅਦ ਚੋਂ ਦਿਸ ਇੱਕ ਨਵਾਂ ਸਬਜੈਕਟ ਸਟਾਰਟ ਹੋਇਆ ਜੀ, ਮੀਨਸ ਇੱਕ ਨਵੀਂ ਵਰਬ ਸੀ ਜੀ। ਆ ਸਾਰੀ ਕੰਜੰਕਸ਼ਨ ਲਾ ਕੇ ਇਹਨੂੰ ਸਾਰਾ ਆਬਜੈਕਟ ਦੇ ਵਿੱਚ ਹੀ ਮਰਜ ਕੀਤਾ ਵਾ। ਐਕਚੁਅਲ ਦੇ ਵਿੱਚ ਸੈਂਟੈਂਸ ਦੋ ਹੀ ਆ ਜਸਟ, ਯਾਨੀ ਕਿ ਸੈਂਟੈਂਸ ਇੱਕ ਦੇ ਵਿੱਚ ਦੋ ਸਪਲਿਟ ਕੀਤੇ ਹੋਏ ਆ। ਤੇ ਆਪਣਾ ਜੇ ਇੱਕ ਲੈਕਚਰ ਲਾਇਓ, ਤੁਹਾਨੂੰ ਸਾਰਿਆਂ ਨੂੰ ਪਤਾ ਜੀ, ਰਿਲੇਟਿਵ ਪ੍ਰਨਾਊਨ ਇੱਕ ਵੱਖਰਾ ਸੈਂਟੈਂਸ ਨਹੀਂ ਮੰਨਿਆ ਜਾਂਦਾ ਹੁੰਦਾ, ਇਹ ਉਹਦੇ ਵਿੱਚ ਸਟਾਰਟ ਹੋਣ ਵਾਲਾ ਇੱਕ ਟੁਕੜਾ ਵਾ, ਸੈਂਟੈਂਸ ਇੱਕ ਹੀ ਹੈ। ਤਾਂ ਇਹਦਾ ਮਤਲਬ ਇਹ ਕੰਪਾਊਂਡ ਸੈਂਟੈਂਸ ਆ, ਤੇ ਇਹਨੇ ਸੈਂਟੈਂਸ ਕੰਟਰੋਲ ਕੀਤਾ ਜੀ। ਤੁਹਾਡੀ ਸਭ ਤੋਂ ਵੱਡੀ ਘਾਟ ਕਿਹੜੀ ਆ, ਤੁਸੀਂ ਬ੍ਰੇਕ ਨਹੀਂ ਲਾਉਂਦੇ। ਤੁਸੀਂ ਹਲੇ ਵੀ ਇਹਦੇ ਵਿੱਚ ਐਂਡ, ਸੋ, ਇਫ ਜਾਂ ਵੈਨ ਪਾ ਕੇ ਇਹਨੂੰ ਗਾਂਹ ਖਿੱਚਣਾ ਸੀਗਾ, ਜੋ ਕਿ ਬੈਂਡ ਘਟਾਉਣ ਦਾ ਕੰਮ ਕਰਦਾ, ਨਾ ਕਿ ਬੈਂਡ ਵਧਾਉਣ। ਸੈਂਟੈਂਸ ਨੂੰ ਕੰਟਰੋਲ ਕਰੋ। ਮੈਂ ਨੋਟ ਕਰਦਾ ਕਈ ਬੱਚੇ ਚੱਲਦੀ ਹੋਈ ਲਾਈਨ ਦੇ ਵਿੱਚ ਹੀ ਏਦਾਂ ਲਿਖ ਜਾਣਗੇ ਜੀ, ਐਜ਼ ਅ ਰਿਜ਼ਲਟ। ਤੇ ਤੁਸੀਂ ਮੈਨੂੰ ਇਹ ਚੀਜ਼ ਦੱਸੋ ਵੀ ਤੁਸੀਂ ਆ ਤਿੰਨ ਵਰਡਸ ਨੂੰ ਕਿਹੜੇ ਹਿਸਾਬ ਨਾਲ ਵਿੱਚ ਮਰਜ ਕੀਤਾ ਜੀ। ਇਹ ਮਰਜ ਏਦਾਂ ਹੋ ਹੀ ਨਹੀਂ ਸਕਦੇ ਜੀ। ਫੁੱਲ ਸਟਾਪ ਲਾ ਕੇ ਅਗਲੀ ਲਾਈਨ ਦੇ ਵਿੱਚ ਰਿਜ਼ਲਟ ਕੱਢੋ ਜੇ ਕੱਢਣਾ ਤਾਂ ਜੀ। ਤੁਸੀਂ ਚੱਲਦੀ ਹੋਈ ਲਾਈਨ ਦੇ ਵਿੱਚ ਨਹੀਂ ਏਦਾਂ ਕਰ ਸਕਦੇ। ਇਹਨੇ ਚੱਲਦੀ ਹੋਈ ਲਾਈਨ 'ਚ ਫੋਰ ਐਗਜ਼ਾਮਪਲ ਲਿਖਣਾ ਸੀ, ਉਹਨੂੰ ਵੀ ਇੰਫੈਥੈਟਿਕ ਸਟਰਕਚਰ ਬਣਾ ਕੇ ਲਿਖਿਆ। ਪਹਿਲਾ ਸਬਜੈਕਟ ਲਿਖਿਆ, ਕੋਮੇ ਲਾ ਕੇ ਜਸਟ ਵਿੱਚ ਇੱਕ ਕਨੈਕਟਰ ਲਾਇਆ, ਫੋਰ ਐਗਜ਼ਾਮਪਲ, ਕੋਮਾ ਬੰਦ, ਬਾਅਦ ਚੋਂ ਵਰਬ ਤੇ ਬਾਅਦ ਚੋਂ ਆਬਜੈਕਟ ਹੈ ਜੀ। ਜੋ ਲਾਈਨ ਨਿੱਕੀ ਜੀ ਰੱਖੀ ਗਈ ਹੈ ਇੰਫੈਥੈਟਿਕ ਬਣਾ ਕੇ, ਤਾਂ ਕਰਕੇ ਬ੍ਰੇਕ ਲਾਉਣੇ ਜ਼ਰੂਰੀ ਹੈ ਜੀ। ਅੱਛਾ, ਕੀ ਕਹਿੰਦੇ ਜੀ, ਇੱਥੋਂ ਤੱਕ ਆਪਾਂ ਨੂੰ ਪਤਾ ਲੱਗ ਗਿਆ ਜੀ। ਇਹ ਸਾਬਿਤ ਕਰੀ ਜਾਂਦਾ ਕਿ ਗਲੋਬਲਾਈਜੇਸ਼ਨ ਨੇ ਕਿਵੇਂ ਆਪਾਂ ਨੂੰ ਬਹੁਤ ਚੁਆਇਸਸ ਦਿੱਤੀਆਂ ਜੀ। ਕਹਿੰਦੇ ਇੰਟਰਨੈਸ਼ਨਲ ਫਲਾਈਟਾਂ ਹੁਣ ਮਿਲੀਅਨਸ ਆਫ ਲੋਕਾਂ ਲਈ ਕੀ ਹੋ ਜਾਂਦੀਆਂ ਜੀ, ਪੋਸੀਬਲ ਹੋਈ ਜਾਂਦੀਆਂ। ਬਟ ਪਰ ਜਿਹੜੀ ਇਹ ਵਾਲੀ ਚੀਜ਼ ਹੈ ਜੀ, ਇਹਦਾ ਇੱਕ ਮਤਲਬ ਹੋਰ ਵੀ ਆ। ਕਿਹੜਾ ਮਤਲਬ ਆ, that we are faced with the world of options। ਆਪਣੇ ਕੋਲੇ ਉਹ ਵਰਲਡ ਹੈ ਜੀ ਜਿਹਦੇ ਵਿੱਚ ਫਿਰ ਬਹੁਤ ਜ਼ਿਆਦਾ ਚੁਆਇਸਸ ਆ ਜਾਂਦੀਆਂ। when deciding where to go on holiday। ਕਹਿੰਦੇ ਜੀ ਦੂਸਰਾ ਪੁਆਇੰਟ ਆ ਮੇਰਾ ਗਲੋਬਲਾਈਜੇਸ਼ਨ। ਕਹਿੰਦਾ ਜਿਹੜੀਆਂ ਚੀਪ ਫਲਾਈਟਸ ਹੈਗੀਆਂ ਉਹਨੇ ਅੱਜ ਟਰੈਵਲਿੰਗ ਬਹੁਤ ਸੌਖੀ ਬਣਾਤੀ। ਕਹਿੰਦਾ ਪਰ ਜੀ ਇਹਦੀ ਇੱਕ ਪ੍ਰੋਬਲਮ ਤਾਂ ਇਹ ਆ ਮੇਨ, ਕਿ ਆਪਾਂ ਨੂੰ ਸਮਝ ਨਹੀਂ ਲੱਗਦਾ ਵੀ ਜਾਈਏ ਕਿੱਥੇ, ਆਪਾਂ ਕਿਹੜਾ ਦੇਸ਼ ਘੁੰਮਣ ਜਾਈਏ, ਕਿਹੜੀ ਜਗ੍ਹਾ ਤੇ ਜਾਈਏ, ਆਪਾਂ ਕਨਫਿਊਜ਼ ਹੋ ਗਏ ਜੀ। ਚੁਆਇਸਸ ਬਹੁਤ ਆ ਗਈਆਂ ਆਪਣੇ ਕੋਲ। ਅੱਗੇ ਲਿਖਿਆ ਜੀ, we are no longer have the limited but simple travel choice of our grandparents generation। ਕਹਿੰਦੇ ਜੀ we are no longer have the limited, ਆਪਣੇ ਕੋਲੇ ਹੁਣ ਲਿਮਟਡ ਦੀ ਚੀਜ਼ ਨਹੀਂ ਹੈਗੀ, ਬਟ ਸਿੰਪਲ ਟਰੈਵਲ ਚੁਆਇਸ, ਆਪਣੇ ਕੋਲੇ ਸਿੰਪਲ ਟਰੈਵਲ ਚੁਆਇਸਸ ਆ। ਗ੍ਰੈਂਡ ਪੇਰੈਂਟਸ ਦੀ ਜਿਹੜੀ ਜਨਰੇਸ਼ਨ ਆ ਉੱਥੇ ਵੀ ਆਪਾਂ ਵਿਜ਼ਿਟ ਕਰ ਸਕਦੇ, ਉਹਨਾਂ ਦੇ ਵੀ ਜਾ ਸਕਦੇ। we are no longer have the limited, ਆਪਣੇ ਕੋਲੇ ਹੁਣ ਕੋਈ ਲਿਮਟਡ ਦੀ ਚੀਜ਼ ਨਹੀਂ ਹੈਗੀ ਜੀ, ਬਟ ਸਿੰਪਲ ਟਰੈਵਲ ਚੁਆਇਸਸ। ਸਾਰਿਆਂ ਦੇ ਵਿੱਚ ਫਸ ਕੇ ਹੁਣ ਆਪਾਂ ਸਿੰਪਲ ਜੀਆਂ ਚੁਆਇਸਸ ਹੀ ਬਾਅਦ ਚੋਂ ਕਰਨ ਲੱਗ ਗਏ, ਕਿਉਂਕਿ ਕਨਫਿਊਜ਼ ਕਰਤਾ ਜੀ ਕਹਿੰਦੇ ਨੇ। ਤੇ ਫਿਰ ਆਪਾਂ ਕਿੱਥੇ ਵਿਜ਼ਿਟ ਕਰਦੇ ਹਾਂ ਜੀ, ਗ੍ਰੈਂਡ ਪੇਰੈਂਟਸ ਦੀ ਜਿਹੜੀ ਜਨਰੇਸ਼ਨ ਹੈ। The same is true if we look at increasing tendency for young people to study abroad। ਬਾਹਰ ਸਟੱਡੀ ਕਰਨਾ ਵੀ ਤਾਂ ਗਲੋਬਲਾਈਜੇਸ਼ਨ ਦਾ ਪਾਰਟ ਹੀ ਹੈ ਨਾ ਇੱਕ। ਇਹਨੇ ਜਿਹੜੀ ਆ ਚੀਜ਼ ਸਾਬਿਤ ਕੀਤੀ ਆ, ਇਹਨੇ ਇੰਟਰਨੈਸ਼ਨਲ ਫਲਾਈਟ ਨੂੰ ਟਰੈਵਲਰਸ ਦੇ ਨਾਲ ਜੋੜ ਕੇ ਕੀਤੀ ਹੈ ਜੀ, ਕਿ ਕਿਵੇਂ ਆਪਾਂ ਕਨਫਿਊਜ਼ ਹੋ ਗਏ ਹੁਣ। ਕਹਿੰਦਾ ਜੀ ਸੇਮ ਚੀਜ਼, the same is true, ਕਨੈਕਟਰ ਦੇਖੋ ਜੀ, ਨੈਚੁਰਲ ਕਨੈਕਟਰ, the same is true। ਕਿਹੜਾ ਸੇਮ ਆ, ਜਿਹੜਾ ਪਿੱਛੇ ਕਹਿੰਦਾ ਆਪਾਂ ਕਨਫਿਊਜ਼ ਹੋਏ ਆ ਵੀ ਕਿੱਥੇ ਚੱਲੀਏ, ਇਹ ਚੀਜ਼ ਕਹਿੰਦੇ ਸੇਮ ਹੀ ਕਹਿੰਦੇ ਕਿਹਦੇ ਵਿੱਚ ਪਾਈ ਜਾਂਦੀ ਆ। ਜੇ ਆਪਾਂ ਕਹਿੰਦੇ ਦੇਖੀਏ ਧਿਆਨ ਨਾਲ, ਇਨਕਰੀਜ਼ਿੰਗ ਟੈਂਡੈਂਸੀ ਫॉर ਯੰਗ ਪੀਪਲ ਟੂ ਸਟੱਡੀ ਅਬਰੋਡ, ਜਿਹੜੇ ਬੱਚੇ ਬਾਹਰ ਪੜ੍ਹਨਾ ਚਾਹੁੰਦੇ ਆ ਜੀ, ਉਹਨਾਂ ਵਿੱਚ ਵੀ ਸੇਮ ਹੀ ਚੀਜ਼ ਪਾਈ ਜਾਂਦੀ ਆ। ਹੁਣ ਐਕਸਪਲੇਨ ਨਹੀਂ ਕੀਤਾ, ਐਕਸਪਲੇਨ ਪਿੱਛੇ ਕੀਤਾ ਪਿਆ ਜੀ। ਇਹਦਾ ਮਤਲਬ ਬੱਚੇ ਵੀ ਹੁਣ ਕਨਫਿਊਜ਼ ਹੋਏ ਪਏ ਆ ਕਿ ਮੈਂ ਕਿੱਥੇ ਜਾਵਾਂ, ਕੈਨੇਡਾ ਜਾਵਾਂ, ਆਸਟ੍ਰੇਲੀਆ ਜਾਵਾਂ, ਨਿਊਜ਼ੀਲੈਂਡ ਜਾਵਾਂ, ਦੁਬਈ ਜਾਵਾਂ, ਯੂਕਰੇਨ ਜਾਵਾਂ। ਬੱਚੇ ਵੀ ਕਹਿੰਦੇ ਜੀ ਕਨਫਿਊਜ਼ ਹੋਏ ਪਏ ਆ, ਗਲੋਬਲਾਈਜੇਸ਼ਨ ਦੇ ਆ ਜੀ ਕਹਿੰਦੇ ਸਾਰੇ। ਕਹਿੰਦਾ ਆਪਣੇ ਕੋਲ ਚੁਆਇਸਸ ਬਹੁਤ ਹੋ ਗਈਆਂ ਜੀ ਅੱਜ ਦੇ ਸਮੇਂ ਦੇ ਵਿੱਚ। ਵਾਇਲ, ਵਾਇਲ ਕਿਹਦਾ ਸਿਨੋਨਿਮ ਹੁੰਦਾ ਜੀ, ਆਲਦੋ ਦਾ ਸਿਨੋਨਿਮ ਹੁੰਦਾ ਜੀ। ਜਾਂ ਆਪਾਂ ਇਹਦੀ ਜਗ੍ਹਾ ਤੇ ਕੱਲਾ ਦੋ ਵੀ ਕਹਿ ਸਕਦੇ ਹਾਂ, ਜਾਂ ਆਪਾਂ ਇਹਦੀ ਜਗ੍ਹਾ ਤੇ
ਈਵਨ ਦੋ ਵੀ ਕਹਿ ਸਕਦੇ ਆ। ਇਹ ਸੈਂਟੈਂਸ ਕਿਹੜਾ ਜੀ, ਕੰਪਲੈਕਸ ਆ, ਗਾਂ ਜਾ ਕੇ ਕੌਮਾ ਲਾਇਆ ਹੋਇਆ ਜੋ ਕਿ ਜਮਾਂ ਸਹੀ ਹੈ ਜੀ, ਦੋ ਕਲੌਜ਼ਸ ਨੂੰ ਸਪਲਿਟ ਕੀਤਾ ਹੋਇਆ ਜੀ, ਇਹਦਾ ਇੱਥੇ ਮੀਨਿੰਗ ਆ ਭਾਵੇਂ। ਭਾਵੇਂ ਕਹਿੰਦਾ ਜੀ ਜਿਹੜੀ ਓਪਰਚੁਨਿਟੀ ਆ ਬਾਹਰ ਸਟੱਡੀ ਕਰਨ ਦੀ ਸੀਮਸ ਅਪੀਲਿੰਗ, ਵਧੀਆ ਲੱਗਦੀ ਆ ਦੇਖਣ ਨੂੰ, ਖੁਸ਼ ਕਰਦੀ ਆ ਆਪਾਂ ਨੂੰ। ਮੈਨੀ ਸਟੂਡੈਂਟਸ ਯਾਨੀ ਕਨਫਿਊਜ਼ਡ, ਜ਼ਿਆਦਾਤਰ ਸਟੂਡੈਂਟਸ ਕਹਿੰਦੇ ਜੀ ਕਨਫਿਊਜ਼ਡ ਹੋ ਜਾਂਦੇ ਆ ਅਬਾਊਟ, ਕਾਦੇ ਬਾਰੇ, ਕਿਹੜੀ ਚੀਜ਼ ਨੂੰ ਲੈ ਕੇ, ਵੇਅਰ ਟੂ ਗੋ ਐਂਡ ਵਿਚ ਪਾਥ ਟੂ ਟੇਕ, ਬਈ ਕਿਹੜੀ ਕਿੱਥੇ ਜਾਈਏ ਤੇ ਕਿਹੜਾ ਪਾਥ ਆਪਾਂ ਕਵਰ ਕਰੀਏ। ਦੂਸਰੇ ਵਿੱਚ ਇਹਨੇ ਸਿਰਫ ਗਲੋਬਲਾਈਜੇਸ਼ਨ ਤੇ ਹੀ ਧਿਆਨ ਦਿੱਤਾ, ਇਹਦੇ ਵਿੱਚ ਇਹਨੇ ਕੰਪਲੈਕਸਿਟੀ ਸ਼ੋ ਕੀਤੀ ਹੈ ਜੀ, ਵੋਇਲ ਲਾ ਕੇ ਇੱਕ ਕੰਪਲੈਕਸ ਸੈਂਟੈਂਸ ਬਣਾਇਆ, ਇਹ ਬੀਪੀ ਦੇ ਵਿੱਚ ਕੰਪਾਊਂਡ ਬਣਾਇਆ। ਮੋਸਟ ਇੰਪੋਰਟੈਂਟਲੀ ਇਹਨੇ ਹਰ ਇੱਕ ਸੈਂਟੈਂਸ ਨੂੰ ਕੰਟਰੋਲ ਕੀਤਾ ਵਾ ਜੀ। ਤੇ ਜੇ ਇਹਦੇ ਵਿੱਚ ਵੋਕੈਬ ਦੇਖੀਏ ਤਾਂ ਕੋਲੋਕੇਸ਼ਨਾਂ ਕਿਹੜੀਆਂ ਕਿਹੜੀਆਂ ਜੀ, ਮਿਲੀਅਨਸ ਆਫ ਪੀਪਲ ਇੱਕ ਬਣੀ ਤਣੀ 3 ਵਰਡਸ ਦੀ ਕੋਲੋਕੇਸ਼ਨ ਹੈ ਜੀ। ਓਕੇ, ਟਰੈਵਲ ਚੁਆਇਸਸ ਇੱਕ ਕੋਲੋਕੇਸ਼ਨ ਹੈ ਜੀ। ਫਿਰ ਇਨਕਰੀਜ਼ਿੰਗ ਟੈਂਡੈਂਸੀ ਇੱਕ ਕੋਲੋਕੇਸ਼ਨ ਹੈ ਜੀ। ਤੇ ਅੱਗੇ ਆਪਣੇ ਕੋਲੇ ਓਵਰਸੀਜ਼ ਸਟੱਡੀ, ਇਹ ਵੀ ਇੱਕ ਕੋਲੋਕੇਸ਼ਨ ਹੈ ਜੀ। ਜਾਂ ਇੰਟਰਨੈਸ਼ਨਲ ਫਲਾਈਟਸ, ਦੋ ਵਰਡ ਜਿਹੜੇ ਜੁੜੇ ਹੋਏ ਆ ਜੀ, ਤਾਂ ਉਹ ਕੀ ਆ, ਕੋਲੋਕੇਸ਼ਨ ਆ ਜੀ। ਜਿਵੇਂ ਇਨਕਰੀਜ਼ਿੰਗ ਟੈਂਡੈਂਸੀ ਵਧੀਆ ਲੈਵਲ ਦੀ ਕੋਲੋਕੇਸ਼ਨ ਆ, ਲੈਂਗੁਏਜ ਲੱਗਦੀ ਬਈ ਵਧੀਆ ਲੈਵਲ ਦੀ ਹੈ ਜੀ। ਚਲੋ ਜੀ ਅੱਗੇ ਚੱਲਦੇ ਜੀ, ਹੁਣ ਚੱਲਦੇ ਜੀ ਕਨਕਲੂਜਨ ਦੇ ਉੱਪਰ। ਕਨਕਲੂਜਨ ਸਿੰਪਲ ਕਨਕਲੂਜਨ ਜੀ, ਠੀਕ ਹੈ ਜੀ। ਕਨਕਲੂਜਨ ਦੇ ਵਿੱਚ ਕਿ ਜੀ ਇਨ ਕਨਕਲੂਜਨ ਵੀ ਆਰ ਫੇਸਡ ਵਿਦ ਅ ਹਿਊਜ ਨੰਬਰ ਆਫ, ਪਹਿਲਾਂ ਇਹਨਾਂ ਨੇ ਓਵਰਵੈਲਮਿੰਗ ਕਿਹਾ ਜੀ, ਤਾਂ ਉਹਨੂੰ ਇਹ ਰਿਪੀਟ ਨਹੀਂ ਕਰਨਾ ਚਾਹੁੰਦਾ ਸੀਗਾ, ਉਹਦੀ ਜਗ੍ਹਾ ਤੇ ਅ ਹਿਊਜ ਨੰਬਰ ਆਫ ਲਿਖਤਾ। ਵੀ ਆਰ ਫੇਸਡ ਵਿਦ ਅ ਹਿਊਜ ਨੰਬਰ ਆਫ ਆਪਸ਼ਨਸ, ਆਪਣੇ ਕੋਲੇ ਕਾਫੀ ਸਾਰੇ ਆਪਸ਼ਨਸ ਆ ਜੀ। ਉਹ ਕਹਿੰਦੇ ਇਨ ਮੋਸਟ ਏਰੀਆ, ਕਾਫੀ ਜ਼ਿਆਦੇ ਜਾਨੀ ਕਿ ਫੀਲਡਸ ਦੇ ਵਿੱਚ, ਫੀਲਡ ਕਾਦੀ, ਉਹ ਲਾਈਫ ਦੀ, ਆਪਣੀ ਲਾਈਫ ਦੇ ਜਿਹੜੀਆਂ ਫੀਲਡਸ ਹੈਗੀਆਂ ਵਾ ਉਹਨਾਂ ਵਿੱਚ ਆਪਣੇ ਕੋਲੇ ਕਾਫੀ ਸਾਰੇ ਚੁਆਇਸਸ ਆ। ਐਂਡ ਫਿਰ ਕੰਪਾਊਂਡ ਸੈਂਟੈਂਸ ਜੀ, ਕਹਿ ਸਕਦੇ ਕੰਪਾਊਂਡ ਸੈਂਟੈਂਸ ਤੇ ਥੋੜਾ ਜ਼ਿਆਦਾ ਫੋਕਸ ਆ। ਐਂਡ ਦਿਸ ਇਜ਼ ਆਫਨ ਮੋਰ ਬਿਵਿਲਡਰਿੰਗ, ਬਿਵਿਲਡਰਿੰਗ ਦਾ ਮਤਲਬ ਕੀ ਹੁੰਦਾ ਜੀ, ਇਹ ਜਾਨੀ ਕਿ ਪਰਪਲੈਕਸ ਦਾ ਸਿਨੋਨਿਮ ਆ। ਉਹ ਕਹਿੰਦੇ ਕਿ ਪਰਪਲੈਕਸ, ਹਾਂਜੀ ਪਰਪਲੈਕਸ, ਕਨਫਿਊਜ਼, ਆ ਤਿੰਨੇ ਇੱਕ ਦੂਜੇ ਸਿਨੋਨਿਮ ਆ ਜੀ। ਕਹਿੰਦੇ ਜੀ ਇਹ ਜ਼ਿਆਦਾ ਕਨਫਿਊਜ਼ਨ ਆ, ਬੈਨੀਫੀਸ਼ੀਅਲ ਦੇ ਨਾਲੋਂ, ਫਾਇਦੇਮੰਦ ਦੇ ਨਾਲੋਂ ਇਹ ਚੀਜ਼ ਜ਼ਿਆਦਾ ਕੀ ਹੈ ਜੀ, ਬਿਵਿਲਡਰਿੰਗ, ਇੱਕ ਯਾਨੀ ਕਿ ਗੁੰਝਲਦਾਰ ਜਿਹੀ ਚੀਜ਼ ਹੈ ਜੀ ਇਹ ਜੀ, ਕਹਿੰਦੇ ਆ ਜ਼ਿਆਦਾ ਚੁਆਇਸਸ ਦਾ ਹੋਣਾ। ਸੋ ਇਹ ਐਸੇ ਸੀਗਾ ਜੀ ਪੂਰਾ, ਜਿਹਦੇ ਵਿੱਚ ਜਿਹੜੀਆਂ ਕੋਲੋਕੇਸ਼ਨ ਯੂਜ਼ ਕੀਤੀਆਂ ਆਪਾਂ ਦੇਖ ਸਕਦੇ ਹਾਂ ਉੱਪਰ ਸਾਰੀਆਂ ਉਹ ਲਿਖੀਆਂ ਵੀ ਪਈਆਂ ਜੀ। ਕਿਹੜੀਆਂ ਕਿਹੜੀਆਂ ਕੋਲੋਕੇਸ਼ਨਸ ਜੀ, ਕਿਹੜੀਆਂ ਕਿਹੜੀਆਂ ਕੋਲੋਕੇਸ਼ਨਸ, ਜਿਹਦੇ ਵਿੱਚ ਓਵਰਵੈਲਮਿੰਗ ਨੰਬਰ ਆਫ ਚੁਆਇਸਸ ਕੋਲੋਕੇਸ਼ਨ ਆਈ। ਟੂ ਮੇਜਰ ਫੈਕਟਰ ਇਨਵੋਲਵਡ, ਚਲੋ ਜ਼ਿਆਦਾ ਲੰਮੀਆਂ ਵੀ ਇੱਕ ਨਾ ਕੋਲੋਕੇਸ਼ਨ ਲਿਖ ਕੇ ਸੈਂਟੈਂਸ ਜ਼ਿਆਦਾ ਕਲੌਜ਼ਸ ਲਿਖੀਆਂ ਪਈਆਂ ਹੁੰਦੀਆਂ, ਜਿਵੇਂ ਡਰਾਮੈਟਿਕ ਐਕਸਪੈਂਸ਼ਨ, ਫਿਰ ਜਿਵੇਂ ਜੀ ਜਿਵੇਂ ਕਾਊਂਟਲੈਸ ਵੈਬਸਾਈਟਸ, ਮਿਊਜ਼ਿਕ ਸਟ੍ਰੀਮਿੰਗ ਹੋ ਗਈ, ਅਬੰਡੈਂਸ ਆਫ ਮੀਡੀਆ। ਤਾਂ ਇਹ ਬੰਚ ਬਣਾ ਰਿਹਾ ਵਾ ਜਿਹਦੇ ਵਿੱਚ ਵਧੀਆ ਵਧੀਆ ਲੈਵਲ ਦੇ ਆਪਣੇ ਕੋਲੇ ਵੋਕੈਬਲਰੀ ਹੈ ਜੀ ਇਹਦੇ ਵਿੱਚ। The same is true, ਇਹਨੇ ਕਨੈਕਟਰ ਲਿਖਿਆ ਜੀ, the same is true। ਹਾਂਜੀ, which path to take, take ਲਾਇਆ ਇਹਨੇ, ਲੈਕਸੀਕਲ ਵਰਡ ਲਾਇਆ ਜੀ, which path to take। ਤੇ ਅੱਗੇ ਜੀ more bewildering than beneficial, ਫਾਇਦੇਮੰਦ ਹੋਣ ਤੋਂ ਜ਼ਿਆਦਾ ਕਨਫਿਊਜ਼ਨ ਭਰਿਆ ਜ਼ਿਆਦਾ ਜੀ, ਆਹ ਵਾਲੀ ਜੀ। ਤੇ ਇਨਕਰੀਜ਼ਿੰਗ ਟੈਂਡੈਂਸੀ, ਆ ਆਪਣੇ ਦੇ ਵਿੱਚ ਕੋਲੋਕੇਸ਼ਨ ਸੀਗੀਆਂ ਜੀ। ਸੋ ਟਾਸਕ ਰਿਸਪੌਂਸ, ਕਨੈਕਟੀਵਿਟੀ, ਬੀਪੀ ਨੂੰ ਬੀਪੀ ਨਾਲ ਕਨੈਕਟ ਕੀਤਾ ਹੋਇਆ ਜੀ। ਤਾਂ ਪਹਿਲੇ ਵਿੱਚ ਇੰਟਰਨੈਟ ਦੇ ਗੱਲ ਕਰਕੇ ਉਹਨੂੰ ਸਾਬਿਤ ਕੀਤਾ ਹੋਇਆ ਜੀ ਕਿ ਇੰਟਰਨੈਟ ਕਿਵੇਂ ਆਪਾਂ ਨੂੰ ਜ਼ਿਆਦਾ ਚੁਆਇਸਸ ਦੇ ਰਿਹਾ ਵਾ, ਉਹ ਸਾਬਿਤ ਕਰਤਾ। ਗਲੋਬਲਾਈਜੇਸ਼ਨ ਆਪਾਂ ਨੂੰ ਕਿਵੇਂ ਜ਼ਿਆਦਾ ਚੁਆਇਸਸ ਦੇ ਰਹੀ ਆ, ਸਾਬਿਤ ਕੀਤਾ ਹੋਇਆ ਜੀ। ਤਾਂ ਕੰਪਾਊਂਡ ਸੈਂਟੈਂਸ ਬਣਾਏ ਆ, ਕੰਪਲੈਕਸ ਬਣਾਏ ਆ, ਵੌਇਸ ਫਾਰਮੇਸ਼ਨ ਕੀਤੀ ਹੈ ਜੀ। ਜੀਰਨ ਫਾਰਮੇਸ਼ਨ ਜ਼ਿਆਦਾ ਨਹੀਂ ਦੇਖੀਆਂ ਗਈਆਂ, ਬਟ ਜ਼ਰੂਰੀ ਨਹੀਂ ਕਿ ਸਾਰਾ ਕੁਝ ਹੀ ਹੋਣਾ ਜ਼ਰੂਰੀ ਹੈ। ਰਿਲੇਟਿਵ ਪ੍ਰੋਨਾਉਨ ਲਾਏ ਆ ਜੀ, ਦੈਟ ਯੂਜ਼ ਕੀਤਾ, ਵੇਅਰ ਯੂਜ਼ ਕੀਤਾ। ਤਾਂ ਦੇਖਿਆ ਜਾਵੇ ਤਾਂ ਹਰ ਇੱਕ ਪਰਸਪੈਕਟਿਵ ਤੋਂ ਜਿਹੜਾ ਇਹ ਟਾਸਕ ਸੀਗਾ ਜੀ ਵਧੀਆ ਸੀਗਾ। ਤੇ ਇਹਨੂੰ ਪੜ੍ਹਨ ਦੇ ਵਿੱਚ ਰੀਡਰ ਨੂੰ ਕੋਈ ਏਦਾਂ ਦਾ ਨਹੀਂ ਵੀ ਕੋਈ ਬਹੁਤ ਹਾਈ ਲੈਵਲ ਦਾ ਵਰਡ ਲਿਖਿਆ ਪਿਆ ਜਿਹੜਾ ਸਰਚ ਕਰਨਾ ਪੈ ਜੇ, ਜਾਂ ਸੈਂਟੈਂਸ ਨੂੰ ਕੰਟਰੋਲ ਹੀ ਨਹੀਂ ਕੀਤਾ ਗਿਆ ਕਿ ਮੈਂ ਪੜ੍ਹਦਾ ਪੜ੍ਹਦਾ ਕਨਫਿਊਜ਼ ਹੀ ਹੋ ਜਾਵਾਂ। ਹਰ ਇੱਕ ਚੀਜ਼ ਨੂੰ ਕੰਟਰੋਲ ਕੀਤਾ ਗਿਆ। ਤੇ ਰਾਈਟਿੰਗ ਦੇ ਵਿੱਚ ਕੰਟਰੋਲ ਕਰਨ ਦੀ ਅਬਿਲਿਟੀ ਹੀ ਆਪਾਂ ਨੂੰ 7 ਤੱਕ ਲੈ ਕੇ ਆਉਂਦੀ ਹੈ ਜੀ। ਜਿਹੜੇ ਬੱਚੇ ਨੇ ਰਾਈਟਿੰਗ ਚ 7 ਬੈਂਡ ਲੈਣੇ ਆ, ਉਹਨੂੰ ਸੈਂਟੈਂਸ ਕੰਟਰੋਲ ਕਰਨੇ ਸਿੱਖਣੇ ਚਾਹੀਦੇ ਆ, ਨਾ ਕਿ ਸੈਂਟੈਂਸ ਨੂੰ ਵਿੱਚ ਦੀ ਵਿੱਚ ਜਾਣੀ ਕਿ ਬਿਨਾਂ ਹੀ
ਕੰਟਰੋਲ ਕੀਤੇ ਉਹਨੂੰ ਬਹੁਤ ਭਜਾਉਣਾ ਚਾਹੀਦਾ ਜੀ। ਕੰਟਰੋਲ ਕਰੀਦੇ ਕਿਵੇਂ ਆ, ਤੁਸੀਂ ਇਹ ਟਾਸਕ 2 ਨੂੰ 1 ਵਾਰ 2 ਵਾਰ 3 ਵਾਰ 5 ਵਾਰ ਵੀ ਪੜ੍ਹ ਸਕਦੇ ਹੋ। ਹਾਂਜੀ ਜੀ।